ਦੇ ਸਮੇਂ ਵਿੱਚ ਵਿਆਹਾਂ ਦਾ ਦਿਨੋਂ ਦਿਨ ਰਿਵਾਜ ਬਦਲ ਰਿਹਾ, ਖਰਚੇ ਵੱਧ ਰਹੇ ਨੇ, ਬਾਅਦ ਦੇ ਵਿੱਚ ਪ੍ਰੋਬਲਮਸ ਦਾ ਫੇਸ ਕਰਨਾ ਪੈ ਰਿਹਾ। ਪਰ ਅੱਜ ਇੱਕ ਅਜੋਕੇ ਸਮੇਂ ਦੇ ਵਿੱਚ ਇੱਕ ਅਨੋਖੀ ਮੈਰਿਜ ਦੇ ਜੋ ਮਿਲਣੀ ਹੋਣ ਜਾ ਰਹੀ ਆ, ਅਸੀਂ ਉੱਥੇ ਪਹੁੰਚੇ ਆ। ਉਹ ਤੁਹਾਨੂੰ ਪਹਿਲਾਂ ਵਿਆਹ ਵਾਲੇ ਕਾਕੇ ਨਾਲ ਤੇ ਉਹਨਾਂ ਦੀ ਵਾਈਫ ਨਾਲ ਮਿਲਾਉਣੇ ਆ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਕੀ ਸ਼੍ਰੀ ਹਾਲ ਅਕਾਲ ਚਾਲ? ਜੀ, ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ। ਠੀਕ ਠਾਕ। ਸਹਿਜ ਵੀ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣੀ ਇਸ ਵਿਆਹ ਦੀ ਮਿਲਣੀ ਤੇ ਕਿਸ ਦਰਖਤ ਲਗਾ ਕੇ ਤੁਸੀਂ? ਅਸੀਂ ਜੀ ਬੇਸਿਕਲੀ ਜਦੋਂ ਸਾਡੀ ਮਿਲਣੀ ਸੈਰੇਮਨੀ ਹੋਣੀ ਸੀ ਤੇ ਅਸੀਂ ਸੋਚਿਆ ਕਿ ਜੀ ਜੇ ਇੱਕ ਦੂਸਰੇ ਨੂੰ ਗਿਫਟ ਦੇਣ ਦੇ ਬਜਾਏ ਤੇ ਅਸੀਂ ਇਸ ਮਿਲਣੀ ਸੈਰੇਮਨੀ ਦਾ ਬੇਸਿਕ ਅਰਥ ਇਹ ਹੁੰਦਾ ਹੈ ਕਿ ਯੂਨੀਅਨ ਆਫ ਟੂ ਫੈਮਲੀਜ਼ ਤੇ ਦੋ ਪਰਿਵਾਰਾਂ ਦਾ ਜਦੋਂ ਇਕੱਠੇ ਮਿਲਣਾ। ਅਸੀਂ ਜੇ ਬੂਟੇ ਲਾਈਏ ਤੇ ਬੂਟੇ ਦੇ ਤਿਉਹਾਰ ਇਸ ਨੂੰ ਇਸ ਤਿਉਹਾਰ ਦੇ ਤਰੀਕੇ ਨਾਲ ਮਨਾਇਆ ਜਾਵੇ ਤਾਂ ਸਾਨੂੰ ਲੱਗਿਆ ਕਿ ਉਸ ਚੀਜ਼ ਦੀ ਜਿਹੜੀ ਭਾਵਨਾ ਹੈ ਉਹ ਬਾਹਲੀ ਡੂੰਘੀ ਹੈ। ਤੇ ਚੀਜ਼ਾਂ ਦੇਣ ਦੇ ਬਜਾਏ ਬੂਟੇ ਲਾਉਣ ਨਾਲ ਸਾਨੂੰ ਜਿਹੜੀ ਖੁਸ਼ੀ ਮਿਲਦੀ ਹੈ ਜੀ ਉਹ ਜ਼ਿਆਦਾ ਮਿਲਦੀ ਹੈ। ਤੇ ਸਾਡਾ ਫਿਰ ਮੇਰੇ ਤੇ ਮੇਰੇ ਫਿਓਂਸੇ ਦਾ ਦੋਵਾਂ ਦਾ ਇਹ ਮਨ ਸੀ ਕਿ ਅਸੀਂ 550 ਬੂਟੇ ਲਾਈਏ ਤੇ ਇਕੋ ਸਿੱਖ ਦੇ ਸੰਯੋਗ ਨਾਲ ਤੇ ਉਹਨਾਂ ਦੇ ਸਹਿਯੋਗ ਨਾਲ ਤੇ ਬਾਕੀ ਸਾਰੇ ਪਰਿਵਾਰ ਦੇ ਸਹਿਯੋਗ ਨਾਲ ਅਸੀਂ ਇਹ ਮੁਕੰਮਲ ਕਰ ਸਕੇ ਜੀ ਅੱਜ। ਨਿਮਤ, ਤੁਸੀਂ ਕੀ ਕਹਿਣਾ ਚਾਹੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਿਆਹਾਂ ਦੇ ਖਰਚੇ ਹੋ ਰਹੇ ਨੇ, ਉਹਨਾਂ ਦੇ ਇੱਕ ਵੱਖੋ ਵੱਖਰੇ ਰਿਵਾਜ ਨੇ, ਇੱਕ ਡੈਸ਼ਿੰਗ ਮੈਰਿਜ ਕਰਵਾਈ ਜਾ ਰਹੀ ਆ, ਪਰ ਤੁਸੀਂ ਇੱਕ ਦਰਖਤ ਲਾ ਕੇ ਕੀ ਸੁਨੇਹਾ ਦੇ ਰਹੇ ਹੋ ਇਹਦਾ? ਸਾਡੀ ਮੋਟੀਵੇਸ਼ਨ ਟਰੀ ਪਲਾਂਟੇਸ਼ਨ ਦੀ ਇਹ ਸੀ ਕਿ ਇਟਸ ਵੈਰੀ ਇੰਪੋਰਟੈਂਟ ਟੂ ਗਿਵ ਬੈਕ ਟੂ ਦ ਕਮਿਊਨਿਟੀ, ਹੈ ਨਾ। ਐਂਡ ਹਰ ਚੀਜ਼ ਨੂੰ ਵਿਆਹ ਦਾ ਟਾਈਮ ਇਜ਼ ਦ ਟਾਈਮ ਟੂ ਸੈਲੀਬ੍ਰੇਟ ਬਟ ਆਲਸੋ ਦ ਟਾਈਮ ਟੂ ਬੀ ਗ੍ਰੇਟਫੁਲ। ਸਾਡੇ ਆਲ ਆਫ ਅਸ ਵੇ ਸਟੈਂਡਿੰਗ, ਫੈਮਿਲੀ ਖੜੀ ਹੈ, ਕਜ਼ਨਸ ਖੜੇ ਹੈ। ਆਈ ਥਿੰਕ ਹੀ ਹੈਜ਼ ਪੁੱਟ ਇਟ ਵੈਰੀ ਕਰੈਕਟਲੀ। ਜੋ ਮਿਲਣੀ ਸੈਰੇਮਨੀ ਹੁੰਦੀ ਹੈ, ਦੋ ਫੈਮਲੀਜ਼ ਦਾ ਮੇਲ ਹੁੰਦਾ ਹੈ। ਆਈ ਥਿੰਕ ਪਲਾਂਟੇਸ਼ਨ ਤੋਂ ਅੱਛਾ ਕੋਈ ਫੈਮਿਲੀ ਬੌਂਡਿੰਗ ਨਾਲੇ ਯੂ ਆਰ ਨੋਟ ਜਸਟ ਦੋ ਫੈਮਲੀਜ਼ ਨਹੀਂ ਮਿਲ ਰਹੀਆਂ, ਤੁਸੀਂ ਆਪਦੀ ਸਾਰੀ ਕਮਿਊਨਿਟੀ, ਆਸ-ਪਾਸ ਦੀ ਇਨਵਾਇਰਨਮੈਂਟ ਨੂੰ ਇਟਸ ਬੇਸਿਕਲੀ ਜਿਵੇਂ ਸਿੱਖੀ ਫਿਲੋਸਫੀ, ਇਕੋ ਸਿੱਖ ਜਿਵੇਂ ਆਪਣੇ NGO ਨੇ, ਵਨਨੈਸ, ਇਹ ਹਰ ਚੀਜ਼ ਨੂੰ ਆਪਾਂ ਸਭ ਨੂੰ ਇਕੱਠੇ ਲੈ ਕੇ ਚੱਲਣਾ। ਐਂਡ ਜੋ ਤੁਹਾਡਾ ਕੁਐਸਚਨ ਹੈ ਕਿ ਵਿਆਹ ਦੇ ਖਰਚੇ ਹੋ ਰਹੇ ਹੈ, ਇਹ ਹਰ ਕਿਸੇ ਦਾ ਆਪਦਾ ਵੇ ਆਫ ਸੈਲੀਬ੍ਰੇਸ਼ਨ ਹੁੰਦਾ ਹੈ। ਸਾਨੂੰ ਇਸ ਐਕਟੀਵਿਟੀ ਦੇ ਵਿੱਚ ਪਰਸਨਲੀ ਸਾਨੂੰ ਖੁਸ਼ੀ ਮਿਲ ਰਹੀ ਹੈ, ਤਾਂ ਸਾਡੀ ਸਾਰੀ ਫੈਮਲੀਜ਼ ਨੇ ਇਕੱਠੇ ਸੋਚਿਆ ਕਿ ਇਹ ਦਿਸ ਇਜ਼ ਦ ਬੈਸਟ ਵੇ ਟੂ ਗੋ ਫਾਰਵਰਡ। ਆਉਣ ਵਾਲੀ ਜਨਰੇਸ਼ਨ ਲਈ ਜਾਂ ਤੁਹਾਡੇ ਜਿਹੜੇ ਸੰਗੀ ਸਾਥੀ ਅੱਜ ਦੇ ਸਮੇਂ 'ਚ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵਿਆਹਾਂ ਨੂੰ ਲੈ ਕੇ? ਮੈਸੇਜ ਤਾਂ ਇਹੀ ਹੈ ਜੀ ਕਿ ਸਾਨੂੰ ਜਿਹੜੇ ਵੀ ਪਰਿਵਾਰ ਹਰ ਪਿੰਡ 'ਚ ਤਰੱਕੀ ਕਰ ਰਹੇ ਨੇ, ਮੈਨੂੰ ਲੱਗਦਾ ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਦੇ ਪਿੰਡ ਨੂੰ ਜਾਂ ਆਸ-ਪਾਸ ਦੇ ਪੰਜਾਬ ਦੇ ਵਾਤਾਵਰਣ ਦਾ ਖਿਆਲ ਰੱਖਣ। ਸਾਡੇ ਭਰਾ ਕਿਸਾਨ ਜਿਹੜੇ ਉੱਥੇ ਬੈਠੇ ਧਰਨੇ 'ਤੇ, ਉਹ ਆਪਦੇ ਹੱਕਾਂ ਵਾਸਤੇ ਲੜਾਈ ਕਰ ਰਹੇ ਨੇ ਤੇ ਉਹ ਤਾਂ ਹੀ ਜੇ ਆਪਾਂ ਉਹਨਾਂ ਨੂੰ ਸੋਹਣਾ ਵਾਤਾਵਰਣ ਦੇ ਸਕਾਂਗੇ ਤਾਂ ਹੀ ਉਹ ਕਿਸਾਨ ਆ ਕੇ ਇੱਥੇ ਵਧੀਆ ਫਸਲ ਬੀਜ ਸਕਣਗੇ। ਤੇ ਸਾਨੂੰ ਲੱਗਦਾ ਹੈ ਕਿ ਜਿਹੜੇ ਸਾਨੂੰ ਇੰਨੀ ਪੜ੍ਹਾਈ ਲਿਖਾਈ ਪਰਮਾਤਮਾ ਦੀ ਕਿਰਪਾ ਨਾਲ ਦਿੱਤੀ ਹੈ ਤੇ ਪੜ੍ਹਾਈ ਲਿਖਾਈ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਆਪਦੀ ਸੁਸਾਇਟੀ ਨੂੰ ਵਾਪਸ ਦਾਨ ਪੁੱਛ ਕਰੀਏ। ਤੁਸੀਂ ਵੈਲ ਐਜੂਕੇਟਡ ਹੋ, ਇਸ ਸਮੇਂ ਦੇ ਜਨਰੇਸ਼ਨ ਦੇ ਵਿੱਚ ਪਲੇ ਬੜੇ ਹੋ। ਤੁਹਾਡੇ ਸਭ ਤੋਂ ਇਸ ਏਰੀਆ ਦੇ ਸਭ ਤੋਂ ਜ਼ਿਆਦਾ ਕੰਸਟਰਕਸ਼ਨ ਕੀਤੀ ਜਾ ਰਹੀ ਹੈ ਮੋਹਾਲੀ ਜ਼ਿਲ੍ਹੇ 'ਚ, ਸਭ ਤੋਂ ਜ਼ਿਆਦਾ ਦਰਖਤ ਕੱਟੇ ਜਾ ਰਿਹਾ। ਤੁਸੀਂ ਕੋਈ ਸਟੈਪ ਲਿਆ ਜਾਂ ਤੁਹਾਡੇ ਵੱਲੋਂ ਕੁਛ ਉਹਨਾਂ 'ਤੇ ਕਦੇ ਉਹਨਾਂ ਨਾਲ ਮਿਲਣੇ ਕੀਤੀ ਗਈ ਤੁਹਾਡੇ ਆਫਿਸਰਸ ਨਾਲ, ਜਾਂ ਕਿਤੇ ਉਹਨਾਂ ਨੂੰ ਰੋਕਣ ਲਈ ਕਿਸੇ ਨੂੰ ਹੁਣ ਤੱਕ ਜਾਗਰੂਕ ਕੀਤਾ ਗਿਆ? ਮੈਂ ਇਹ ਸਮਝਦਾ ਜੀ ਕਿ ਆਫਿਸਰਸ ਤਾਂ ਹਰ ਕੋਈ ਆਪਦੇ ਪਾਸਿਓਂ ਐਫਰਟ ਪਾ ਸਕਦਾ ਹੈ। ਲੋਕਾਂ ਨੂੰ ਪਤਾ ਹੈ ਜੀ ਕਿ ਕਿਹੜੇ ਲੋਕ ਇਹ ਕੰਮ 'ਚ ਲੱਗੇ ਹੋਏ ਨੇ, ਕਿਹੜੇ ਲੋਕ ਆਪਦੇ ਸੁਸਾਇਟੀ ਨੂੰ ਖਰਾਬ ਕਰ ਰਹੇ ਨੇ। ਮੈਨੂੰ ਲੱਗਦਾ ਹੈ ਤਾਂ ਹਰ ਆਦਮੀ, ਹਰ ਇੱਕ ਪਰਿਵਾਰ ਦੇ ਹਰ ਇੱਕ ਸਦੱਸਿਆ ਲਈ ਜ਼ਰੂਰੀ ਹੈ ਕਿ ਉਹ ਆਪਦੀ ਐਫਰਟ ਪਾ ਕੇ ਤੇ ਇੱਕ ਇਹਨੂੰ ਇਸੀ ਚੀਜ਼ ਨੂੰ, ਇਸ ਐਨਵਾਇਰਨਮੈਂਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਜੀ। ਤੁਸੀਂ ਆਪਣੀ ਪਿੰਡ ਦੀ ਪੰਚਾਇਤ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ ਆਪਣੇ ਇਸ ਵਿਆਹ ਤੇ ਜੋ ਦਰਖਤ ਲਗਾ ਕੇ ਇਸ ਪਿੰਡ ਦੇ ਵਿੱਚ ਲਗਾਏ ਜਾ ਰਹੇ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਕਿ ਉਹਨਾਂ ਦੀ ਕੋਆਪਰੇਸ਼ਨ ਤੇ ਕੰਟਰੀਬਿਊਸ਼ਨ ਤੋਂ ਬਿਨਾਂ ਇਹ ਇਵੈਂਟ ਸਕਸੈਸਫੁਲ ਨਹੀਂ ਹੁੰਦਾ। ਐਂਡ ਆਈ ਥਿੰਕ ਹੁਣ ਇਹ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਵਾਸਤੇ ਮਾਡਲ ਪਿੰਡ ਬਣ ਗਿਆ ਹੈ ਕਿ ਇਹੋ ਜਿਹੇ ਸਟੈਪਸ ਲਿੱਤੇ ਜਾਣ, ਫੋਰੈਸਟੇਸ਼ਨ ਕੀਤੀ ਜਾਵੇ ਤੇ ਇਨਵਾਇਰਨਮੈਂਟ ਵਾਸਤੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਆਪਾਂ ਕੰਟਰੀਬਿਊਟ ਕਰੀਏ। ਮੈਂ ਆਕਾਸ਼ਦੀਪ ਸਿੰਘ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਅੱਜ ਦੇ ਅਜੋਕੇ ਸਮੇਂ ਵਿੱਚ ਸਾਇੰਸ ਨੇ ਬਹੁਤ ਸਾਰੀ ਤਰੱਕੀ ਕਰ ਲਈ ਆ। ਉਸ ਸਾਇੰਸ ਦੀ ਤਰੱਕੀ ਦੇ ਨਾਲ ਕੁਝ ਫਾਇਦੇ ਵੀ ਹੋਏ ਨੇ, ਕੁਝ ਨੁਕਸਾਨ ਵੀ ਹੋਏ ਨੇ। ਜੇ ਨੁਕਸਾਨ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਸਾਡਾ ਪੋਲਿਊਟ ਹੋਇਆ ਅੱਜ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਚੁੱਕਾ ਜੋ ਕਿ। ਪਰ ਉਸ ਵਾਤਾਵਰਨ ਪ੍ਰਦੂਸ਼ਣ ਦੇ ਚੱਲਦੇ ਨਾਲ ਕੁਝ ਸੰਸਥਾ, ਕੁਝ ਸਰਕਾਰੀ, ਗੈਰ ਸਰਕਾਰੀ ਅਦਾਰਿਆਂ ਵੱਲੋਂ ਵੀ ਵਾਤਾਵਰਨ ਨੂੰ ਸਾਂਭਣ ਦੀਆਂ ਗੱਲਾਂ ਕੀਤੀਆਂ ਗਈਆਂ, ਜਿਵੇਂ ਹਰਿਆਵਲ ਲਹਿਰ ਚਲਾਈ ਗਈ, ਦਰਖਤ ਲਾਉਣਾ। ਪਰ ਇਸੇ ਤਰ੍ਹਾਂ ਦਾ ਅੱਜ ਕੁਝ ਦੇਖਣ ਨੂੰ ਮਿਲਿਆ ਇਕੋ ਸਿੱਖ ਸੰਸਥਾ ਦੇ ਵੱਲੋਂ, ਜੋ ਕਿ ਇੱਕ ਇਸ ਮਾਜਰੀ ਪਿੰਡ ਦੇ ਵਿੱਚ ਅਸੀਂ ਪਹੁੰਚੇ ਹਾਂ। ਉੱਥੇ ਉਹਨਾਂ ਇੱਕ ਵੱਖ-ਵੱਖ ਤਰੀਕੇ ਦੇ ਇੱਕ ਆਰਗੈਨਿਕ ਦਰਖਤ ਲਗਾਏ ਜਾ ਰਹੇ ਹਨ, ਜਿਨ੍ਹਾਂ ਦੀ ਕੁਝ ਖਾਸੀਅਤ ਆ। ਸਾਊਥ ਏਸ਼ੀਆ ਦੇ ਸਾਡੇ ਨਾਲ ਇਕੋ ਸਿੱਖ ਦੇ ਸਾਊਥ ਏਸ਼ੀਆ ਦੇ ਸਾਡੇ ਨਾਲ ਪ੍ਰੋਜੈਕਟ ਮੈਨੇਜਰ ਨੇ ਸਰਦਾਰ ਰਵਨੀਤ ਸਿੰਘ ਜੀ। ਆਓ ਉਹਨਾਂ ਨਾਲ ਗੱਲ ਕਰਦੇ ਆਪਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਵੀਰ ਜੀ, ਕੀ ਹੈ ਇਕੋ ਸਿਸਟਮ, ਇਹਦੇ ਕੁਝ ਜਾਣਕਾਰੀ ਦਿਓ। ਬੇਸਿਕ ਦੇ ਵਿੱਚ ਕੀ ਹੈ, ਖਾਸੀਅਤ ਕੀ ਆਮ ਦਰਖਤ ਲਾਉਣ ਨਾਲ ਤੁਹਾਡੇ?
ਦੇਖੋ ਜਿਹੜੀ ਇਹ ਈਕੋ ਸਿੱਖ ਵੱਲੋਂ ਗੁਰੂ ਨਾਨਕ ਪਵਿੱਤਰ ਜੰਗਲ ਜਾਂ ਕਹੀਏ ਗੁਰੂ ਨਾਨਕ ਸੈਕਰਡ ਫੋਰੈਸਟ ਦਾ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ, ਇਹ ਗੁਰੂ ਨਾਨਕ ਦੇਵ ਦੇ 550 ਸਾਲਾਂ ਨੂੰ ਸਮਰਪਿਤ ਸੀਗਾ। ਤੇ ਇਹਦੇ 'ਚ ਅਸੀਂ ਬਹੁਤ ਹੀ ਬਾਇਓਡਾਇਵਰਸ ਜੰਗਲ ਲਗਾਉਂਦੇ ਹਾਂ, ਜਿਸ 'ਚ ਪੰਜਾਬ ਦੀਆਂ ਜਿਹੜੀਆਂ ਮੂਲ ਪ੍ਰਜਾਤੀਆਂ ਨੇ, ਜਿਹਨੂੰ ਨੇਟਿਵ ਇੰਡੀਜੀਨਸ ਸਪੀਸ਼ੀਜ਼ ਵੀ ਕਹਿੰਦੇ ਆਪਾਂ ਅੰਗਰੇਜ਼ੀ 'ਚ, ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ, ਤਾਂ ਕਿ ਜਿਹੜੀਆਂ ਪੰਜਾਬ ਦੀਆਂ ਪ੍ਰਜਾਤੀਆਂ ਲੁਪਤ ਹੋ ਰਹੀਆਂ, ਜਿਵੇਂ ਲਸੂੜਾ, ਫਾਲਸਾ, ਇਹੋ ਜਿਹੀਆਂ ਆਪਾਂ ਸੁਣਦੇ ਹਾਂ, ਢੱਕ, ਪੀਲੂ ਆ, ਲਸੂੜੇ ਆ, ਤੇ ਇਹੋ ਜਿਹੀਆਂ ਪ੍ਰਜਾਤੀਆਂ ਹੁਣ ਅੱਜ ਕੱਲ੍ਹ ਜਿਹੜੀਆਂ ਪਿੰਡਾਂ ਸ਼ਹਿਰਾਂ 'ਚ ਦੇਖਣ ਨੂੰ ਨਹੀਂ ਮਿਲਦੀਆਂ। ਤੇ ਆਉਣ ਵਾਲੇ ਸਮੇਂ 'ਚ ਜਿਵੇਂ ਇਹ ਕਲਚਰ ਵੀ ਡਿਟੀਰੀਓਰੇਟ ਹੋ ਰਿਹਾ, ਆਪਣੇ ਬੱਚਿਆਂ ਨੂੰ ਵੀ ਨਹੀਂ ਪਤਾ ਹੋਣਾ ਇਹ ਚੀਜ਼ਾਂ ਕੀ ਸੀ, ਤੇ ਜੇ ਅਸੀਂ ਨਾ ਬਚਾਈਆਂ ਤੇ ਇਹ ਫਿਰ ਜਾ ਕੇ ਖਤਮ ਹੋ ਜਾਣੀ, ਐਕਸਟਿੰਕਟ ਹੋ ਸਕਦੀਆਂ। ਸੋ ਇਹ ਜਿਹੜਾ ਅੱਜ ਦਾ ਜਿਹੜਾ ਇਵੈਂਟ ਹੈ, ਇੱਥੇ ਅਸੀਂ 550 ਰੁੱਖਾਂ ਦਾ, ਜਿਹੜੇ 39 ਸਪੀਸ਼ੀਜ਼ ਨੇ, ਉਹਦਾ ਇੱਕ ਫੋਰੈਸਟ ਤਿਆਰ ਕਰ ਰਹੇ ਹਾਂ। ਤੇ ਸਪੈਸ਼ਲ ਓਕੇਜਨ ਇਹ ਹੈ ਕਿ ਸਹਿਜਵੀਰ ਸਿੰਘ ਤੇ ਨਹਿਮਤ ਕੌਰ ਦਾ ਜਿਹੜਾ ਇਹ ਆਨੰਦ ਕਾਰਜ ਹੋਣਾ 29 ਤਰੀਕ ਨੂੰ, ਤੇ ਅੱਜ ਉਹਨਾਂ ਦੀ ਜਿਹੜੀ ਦੋ ਪਰਿਵਾਰਾਂ ਦੀ ਮਿਲਣੀ ਦੀ ਰਸਮ ਹੈ, ਉਹਦੇ ਲਈ ਉਹਨਾਂ ਨੇ ਫੋਰੈਸਟ ਬਣਾਈ। ਆਪਣੇ ਆਪ 'ਚ ਇੱਕ ਇਨੋਵੇਸ਼ਨ ਹੈ ਕਿ ਯੰਗਸਟਰਸ ਦੇ ਆਰ ਸੋ ਕੀਨ, ਦੇ ਆਰ ਸੋ ਪੈਸ਼ਨੇਟ ਅਬਾਊਟ এনवायरमेंट, ਕਿ ਸਾਡੀ ਨੇਚਰ ਤੇ ਪੰਜਾਬ ਦੀ ਜਿਹੜੀ ਕੁਦਰਤ ਹੈ ਉਹਦੇ ਨਾਲ ਜਿੰਨਾ ਖਿਲਵਾੜ ਹੋਇਆ, ਦੇ ਵਾਂਟ ਟੂ ਗਿਵ ਬੈਕ। ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਦਿਸ ਯੰਗ ਕਪਲ ਹੈਜ਼ ਥਾਟ ਅਬਾਊਟ ਗਿਵਿੰਗ ਬੈਕ, ਤੇ ਕਈਆਂ ਨੂੰ ਇਨਸਪਾਇਰ ਕਰਨਗੇ। ਯੂਨਾਈਟਿਡ ਨੇਸ਼ਨਸ ਇਸ ਟਾਈਮ ਜਿਹੜਾ ਅਗਲਾ 10 ਸਾਲ ਦਾ ਹਾਕਾ ਪੂਰਾ 2021 ਤੋਂ 30 ਤੱਕ ਇਹ ਈਕੋਸਿਸਟਮ ਦੀ ਰੀਸਟੋਰੇਸ਼ਨ ਵਾਸਤੇ ਡੈਡੀਕੇਟ ਕਰ ਰਿਹਾ, ਤੇ ਈਕੋਸਿੱਖ ਉਸੇ ਨਕਸ਼ੇ ਕਦਮਾਂ ਤੇ ਚੱਲ ਰਿਹਾ। ਤੇ ਮੈਂ ਸਮਝਦਾ ਜਿਵੇਂ ਇਸ ਯੰਗ ਕਪਲ ਨੇ ਇੱਕ ਸੈਕਰਡ ਫੋਰੈਸਟ ਲਵਾਈ ਆਪਣੇ ਵਿਆਹ ਦੇ ਖੁਸ਼ੀ 'ਚ, ਆਉਣ ਵਾਲੇ 10 ਸਾਲਾਂ 'ਚ ਜਿੰਨੇ ਵੀ ਲੋਕਾਂ ਦੇ ਜਿਹੜੇ ਮੁੰਡੇ ਕੁੜੀਆਂ ਦਾ ਵਿਆਹ ਹੁੰਦਾ, ਇਹ ਇੱਕ ਤਰੀਕਾ ਆਪਣੇ ਖੁਸ਼ੀ ਨੂੰ ਜ਼ਾਹਿਰ ਕਰਨ ਦਾ, ਆਪਣਾ ਜਿਹੜਾ ਗ੍ਰੈਟੀਟਿਊਡ ਹੈ ਟੂਵਰਡ ਗੁਰੂ ਨਾਨਕ, ਉਹ ਆਪਣੀ ਕੁਦਰਤ ਨੂੰ ਗ੍ਰੈਟੀਟਿਊਡ ਦੇਣ ਲਈ, ਉਹਨੂੰ ਥੈਂਕਸ ਕਹਿਣ ਲਈ, ਉਹਨੂੰ ਧੰਨਵਾਦ ਕਹਿਣ ਲਈ, ਸ਼ੁਕਰ ਅਦਾ ਕਰਨ ਲਈ ਇਹ ਤਰੀਕਾ ਕਿ ਅਸੀਂ ਇੱਕ 550 ਰੁੱਖਾਂ ਦਾ ਜੰਗਲ ਲਵਾਈਏ। ਕੋਈ ਬਹੁਤ ਵੱਡਾ ਖਰਚਾ ਵੀ ਨਹੀਂ ਆਇਆ। ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਜਿਹੜਾ ਔਲਖ ਪਰਿਵਾਰ ਤੇ ਬਾਜਵਾ ਪਰਿਵਾਰ ਨੇ ਇਹ ਰਲ ਕੇ ਜਿਹੜਾ ਫੋਰੈਸਟ ਲਵਾਇਆ ਈਕੋਸਿੱਖ ਤੋਂ, ਇਹਦੀ ਆਉਣ ਵਾਲੇ ਸਮੇਂ 'ਚ ਜਿਹੜੀ ਦੇਣ ਹੋਊਗੀ ਪੰਜਾਬ ਨੂੰ, ਉਹਦਾ ਕੋਈ ਅਸੀਂ ਗਿਣਤੀ 'ਚ ਨਹੀਂ ਗਿਣ ਸਕਦੇ। 38-39 ਪ੍ਰਜਾਤੀਆਂ ਪੰਜਾਬ ਦੀਆਂ ਇੱਥੇ ਲੱਗੀਆਂ, ਚਾਹੇ ਉਹ ਗੂਲਰ ਹੈ, ਢੱਕ ਹੈ, ਨਿੰਮ ਹੈ, ਅੰਬ ਹੈ, ਜਾਮਣਾ ਨੇ, ਫਾਲਸੇ ਹੈ, ਲਸੂੜੇ, ਤੁਹਾਨੂੰ ਲਿਸਟ ਸਾਰੀ ਦਿਖਾਉਂਦੇ ਆ ਤੇ ਬੂਟਿਆਂ ਦੇ ਵੀ ਦਰਸ਼ਨ ਕਰਾਉਂਦੇ ਆ। ਹਰੇਕ ਬੂਟਾ ਆਪਣੇ ਨਾਲ ਫੌਨਾ ਦੀ ਇੱਕ, ਜਾਣੀ ਕਿ ਕੀੜੇ ਮਕੌੜੇ, ਪੰਛੀਆਂ ਦੀ ਜਿਹੜੀ ਬਾਇਓਡਾਇਵਰਸਿਟੀ ਨਾਲ ਅਟਰੈਕਟ ਕਰਦਾ। ਹਰੇਕ ਜੀਵ ਜੰਤੂ ਨੂੰ ਆਪਣਾ ਹੈਬਿਟੇਟ, ਜਾਣੇ ਕਿ ਘਰ ਚਾਹੀਦਾ ਹੁੰਦਾ। ਸੋ 39 ਪ੍ਰਜਾਤੀਆਂ ਨੂੰ ਕਿੰਨੇ ਤਰ੍ਹਾਂ ਦੇ ਕੀਟ ਪਤੰਗੇ, ਕੀੜੇ, ਭੰਵਰੇ, ਜੁਗਣੂ, ਤਿਤਲੀਆਂ ਤੇ ਹੋਰ ਛੋਟੇ ਜੀਵ ਜੰਤੂ ਜਿਹੜੇ ਮਿੱਟੀ ਦੇ ਉੱਪਰ ਤੇ ਮਿੱਟੀ ਦੇ ਥੱਲੇ ਰਹਿੰਦੇ, ਉਹ ਸਾਰੇ ਇੱਥੇ ਰਹਿਣ ਬਸੇਰਾ ਕਰਨਗੇ। ਜਾਣੇ ਕਿ ਤੁਸੀਂ ਕਹਿ ਲਓ ਕੁਦਰਤ ਦਾ ਆਪਣੇ ਆਪ 'ਚ ਇੱਕ ਛੋਟਾ ਜਿਹਾ ਗੁਰਦੁਆਰਾ ਬਣ ਜਾਊਗਾ, ਜਿੱਥੇ ਉਹਨਾਂ ਨੂੰ ਰਹਿਣ ਬਸੇਰਾ ਕਰਨ ਨੂੰ ਜਗ੍ਹਾ, ਸ਼ੈਲਟਰ, ਜਾਣੇ ਕਿ ਸਿਕਿਉਰਿਟੀ ਮਿਲੂ, ਤੇ ਨਾਲੇ ਫੂਡ, ਜਾਣੇ ਕਿ ਲੰਗਰ ਵੀ ਉਹਨਾਂ ਨੂੰ ਇੱਥੇ ਮਿਲੂਗਾ ਜੀਵ ਜੰਤੂਆਂ ਨੂੰ। ਸੋ ਇਹ ਬਹੁਤ ਵੱਡਾ ਇੱਕ ਕਦਮ ਚੱਕਿਆ ਇਹਨਾਂ ਦੋਨਾਂ ਪਰਿਵਾਰਾਂ ਨੇ, ਤੇ ਮੈਂ ਉਹਨਾਂ ਨੂੰ ਸ਼ੁਕਰੀਆ ਵੀ ਕਰਨਾ ਤੇ ਮੁਬਾਰਕਬਾਦ ਵੀ ਦੇਣਾ ਉਹਨਾਂ ਨੂੰ। ਉਹਨਾਂ ਦੀ ਬਹੁਤ ਪਿਆਰੀ ਤੇ ਦੂਰ ਅੰਦੇਸ਼ੀ ਵਾਲੀ ਜਿਹੜੀ ਸੋਚ ਉਹਨਾਂ ਨੇ ਪੰਜਾਬ ਦੇ ਲਈ ਰੱਖੀ ਹੈ। ਆਓ ਤੁਹਾਨੂੰ ਫੋਰੈਸਟ ਦੀ ਨਾਲ ਵਿਜ਼ਿਟ ਕਰਾਉਂਦੇ। ਜੇ ਆਪਾਂ ਗੱਲ ਕਰੀਏ ਵੀਰ ਜੀ, ਇਸ ਤੋਂ ਪਹਿਲਾਂ ਬਹੁਤ ਸਾਰੇ ਦਰਖਤ ਹੋਰ ਵੀ ਪੰਜਾਬ ਵਿੱਚ ਲੱਗਦੇ ਰਹੇ ਨੇ, ਕੀ ਇਸ ਤਰ੍ਹਾਂ ਦੇ ਦਰਖਤ ਤੁਸੀਂ ਅੱਗੇ ਇਸ ਤੋਂ ਪਹਿਲਾਂ ਕਦੇ ਦੇਖਿਆ ਕਿ ਲੱਗੇ ਹੋਣਗੇ? ਜੀ ਬਹੁਤ ਸਾਰੀਆਂ ਜਥੇਬੰਦੀਆਂ ਤੇ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਹੀ ਹੈ। ਮੇਰੇ ਕੋਲ ਕੋਈ ਬਹੁਤ ਵੱਡੀ ਆਬਜ਼ਰਵੇਸ਼ਨ ਨਹੀਂ, ਪਰ ਜਿਹੜਾ ਅਸੀਂ ਗੁਰੂ ਨਾਨਕ ਸੈਕਰਡ ਫੋਰੈਸਟ ਦਾ ਪ੍ਰੋਜੈਕਟ ਆਰੰਭਿਆ, ਇਹ 2019 ਜਦੋਂ 550 ਸਾਲਾ ਦਿਵਸ ਮਨਾਇਆ, ਉਸ ਦੇ ਤਹਿਤ ਅਸੀਂ ਹੁਣ ਤੱਕ ਪੰਜਾਬ ਦੇ ਵਿੱਚ 64 ਪ੍ਰਜਾਤੀਆਂ ਪੰਜਾਬ ਦੀਆਂ, ਉਹਨਾਂ ਦੀ ਕੰਜ਼ਰਵੇਸ਼ਨ ਕਰ ਚੁੱਕੇ ਹਾਂ। ਸੋ ਜਿਵੇਂ ਜਿਵੇਂ ਸਾਰੇ ਦਰਖਤ ਤੁਸੀਂ ਦੇਖ ਰਹੇ ਹੋ ਵੱਡੇ ਹੋਣਗੇ, ਇਹਨਾਂ ਤੋਂ ਸੀਡਸ ਜਰਮੀਨੇਟ ਹੋਣਗੇ, ਉਹ ਸੀਡ ਆਪਣੇ ਆਪ 'ਚ ਇੱਕ ਸੀਡ ਬੈਂਕ ਬਣ ਜੂਗੀ ਇਹ ਫੋਰੈਸਟ। ਤੇ ਇਸ ਫੋਰੈਸਟ ਤੋਂ ਅੱਗੇ ਹੋਰ ਵੀ ਫੋਰੈਸਟ ਲਗਾਈਆਂ ਜਾ ਸਕਣਗੀਆਂ, ਕਿਉਂਕਿ ਸਾਡੇ ਕੋਲ ਬੀਜ ਹੋਊਗਾ। ਜੇ ਬੀਜ ਹੈ ਤੇ ਸਭ ਕੁਝ ਕੀਤਾ ਜਾ ਸਕਦਾ ਹੈ ਨਾ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਲਸੂੜੇ ਨਾਂ ਦੇ ਫਲ ਦੀ, ਉਹ ਆਮ ਅੱਗੇ ਪਿੰਡਾਂ ਵਿੱਚ ਦੇਖੇ ਨੇ, ਬੱਚੇ ਹਾਂਜੀ। ਤੋੜ ਕੇ ਵੀ ਖਾਂਦੇ ਰਹੇ ਆ, ਮੈਂ ਵੀ ਹਾਂਜੀ, ਆਪਣੀ ਹਾਂਜੀ। ਉਮਰ ਦੇ ਹਿਸਾਬ ਨਾਲ ਦੇਖਿਆ, ਪਰ ਉਹ ਅੱਜ ਕੱਲ੍ਹ ਅਲੋਪ ਹੋ ਚੁੱਕੇ ਦਰਖਤ। ਹਾਂ। ਕੀ ਇਸ ਤਰ੍ਹਾਂ ਦੇ ਦਰਖਤ ਸਰਕਾਰਾਂ ਵੱਲੋਂ, ਤੁਹਾਡੇ ਵੱਲੋਂ ਕਿਤੇ ਹੋਰ ਥਾਵਾਂ ਤੇ ਇਸ ਤੋਂ ਪਹਿਲਾਂ ਤੁਸੀਂ ਲੱਗੇ ਦੇਖੇ ਜਾਂ ਲਗਾਏ ਜਾ ਰਹੇ ਆ? ਹਾਂਜੀ, ਦੇਖੋ ਹੁਣ ਵੀ ਸਾਡੇ ਲੁਧਿਆਣੇ 'ਚ ਮੈਂ ਬਿਲੋਂਗ ਕਰਦਾ, ਤੇ ਸਾਡੀ 1-2 ਮਾਰਕੀਟ 'ਚ ਮੇਰੇ ਆਫਿਸ ਦੇ ਨੇੜੇ ਵੀ ਲਸੂੜਾ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਮਿਲਦਾ, ਪਰ ਇਟ ਇਜ਼ ਸਟਿਲ ਅ ਰੇਅਰ ਸਪੀਸ਼ੀ। ਕਿ ਇਹਨੂੰ ਤੁਸੀਂ ਆਮ ਬੱਚੇ ਨੂੰ ਪੁੱਛੋ, ਵੀ ਅੱਗੇ ਪੁਰਾਣੇ ਬੰਦਿਆਂ ਨੂੰ ਪਤਾ, ਉਹ ਗੁੱਡੀਆਂ ਜੋੜਨ ਵਾਸਤੇ ਤੇ ਕਾਪੀਆਂ ਜੋੜਨ ਵਾਸਤੇ ਉਹਨੂੰ ਲਸੂੜੇ ਨੂੰ ਕੱਟ ਕੇ ਨਾ, ਤੇ ਉਹਦੀ ਵਿੱਚੋਂ ਗਲੂ ਜੀ ਨਿਕਲਦੀ ਹੈ, ਇੱਕ ਗੂੰਦ, ਇਹਨੂੰ ਹਿੰਦੀ 'ਚ ਗੂੰਦੀ ਵੀ ਕਹਿੰਦੇ ਇਸੇ ਕਰਕੇ। ਤੇ ਉਹ ਉਹਨਾਂ ਨੂੰ ਇਸ ਯੂਜ਼ ਦਾ ਪਤਾ ਪੁਰਾਣੇ ਬੰਦਿਆਂ ਨੂੰ, ਜਿਹੜੀ ਮੇਰੇ ਤੋਂ ਉੱਪਰ ਜਨਰੇਸ਼ਨ ਹੈ। ਪਰ ਮੇਰੇ ਤੋਂ ਜਿਹੜੀ ਅਗਲੀ ਜਨਰੇਸ਼ਨ ਹੈ, ਉਸ ਨੂੰ ਗੂੰਦੀ ਜਾਂ ਲਸੂੜਾ ਲਸੂੜੀ ਬਾਰੇ ਕੁਛ ਨਹੀਂ ਪਤਾ। ਤੇ ਜੇ ਇਹ ਖਤਮ ਹੋ ਗਿਆ ਜਾਂ ਬਚਾਇਆ ਨਾ ਗਿਆ, ਤੇ ਇਟ ਵਿਲ ਬੀ ਜਸਟ ਇਨ ਗੂਗਲ ਔਰ ਪਿਕਚਰ ਫਰੇਮ ਦੀਆਂ ਯਾਦਾਂ ਰਹਿ ਜਾਣਗੀਆਂ। ਕੁਝ ਇਸ ਤਰ੍ਹਾਂ ਦੇ ਜਿਹੜੇ ਸਾਨੂੰ ਦਰਖਤ ਦਿਖਾਏ ਜਾਣ, ਜੋ ਅਸੀਂ ਵੀ ਜਾਣਕਾਰੀ ਦੇ ਸਕੀਏ ਆਪਣੇ ਦ੍ਰਿਸ਼ਾਂ ਨੂੰ, ਕਿ ਕਿਸ ਤਰ੍ਹਾਂ ਦਾ ਕੋਈ ਖਾਸ ਜਿਹੜੀਆਂ ਪ੍ਰਜਾਤੀਆਂ ਲੋਪ ਹੋ ਰਹੀਆਂ ਨੇ। ਲਸੂੜਾ ਹੀ ਆ, ਇਹ
ਤੋਤੇ ਦਾ ਰੁੱਖ ਹੈ ਜਿਹਨੂੰ ਮੰਦਾਰ ਵੀ ਕਿਹਾ ਜਾਂਦਾ ਹੈ, ਇਹ ਤੇ ਇਸ ਮੌਸਮ ਤੇ ਅੱਗੇ ਜਾ ਕੇ ਇਹਨੇ ਸਾਰੇ ਪੱਤੇ ਸ਼ੈੱਡ ਕਰ ਦਿੰਦਾ ਤੇ ਲਾਲ ਰੰਗ ਦੇ ਫੁੱਲ ਆਉਂਦੇ, ਇਹ ਵੀ ਬਹੁਤ ਘੱਟ ਦੇਖਿਆ ਗਿਆ। ਕੁਝ ਮੈਂ ਇੱਕ ਹੋਰ ਰੇਅਰ ਸਪੀਸ਼ੀ ਦਿਖਾਉਣਾ ਜੀ, ਇਹ ਢੱਕ ਦਾ ਬੂਟਾ। ਇਹਦਾ ਕੁਝ ਮੀਨਿੰਗ ਦੱਸੋਗੇ? ਢੱਕ ਦਾ ਵਰਡ, ਢੱਕ ਵਰਡ, ਇਹ ਗੁਰਬਾਣੀ 'ਚ ਵੀ ਇਸ ਬੂਟੇ ਦਾ ਵਰਣਨ ਹੋਇਆ ਤੇ ਇਹ ਕਬੀਰ ਜੀ ਨੇ ਲਿਖਿਆ ਵੀ ਜਿਹੜੀ ਕੁੱਲ ਵਿੱਚ ਭਗਤ ਨਹੀਂ ਹੁੰਦਾ ਕੋਈ ਪੈਦਾ, ਉਹ ਢੱਕ ਪਲਾਸ਼ ਵਰਗੀ ਹੈ। ਹੁਣ ਮੈਨੂੰ ਇਹਦਾ ਪੂਰਾ ਲਿਟਰਲ ਮੀਨਿੰਗ ਨਹੀਂ ਪਤਾ ਵੀ ਕਿਉਂ ਲਿਖਿਆ, ਪਰ ਇਹ ਗੁਰਬਾਣੀ 'ਚ ਇਸ ਤਰ੍ਹਾਂ ਅੰਕਿਤ ਹੈ, ਸੋ ਕੁੱਲ ਢੱਕ ਪਲਾਸ਼, ਇਹਨੂੰ ਪਲਾਸ਼ ਵੀ ਕਿਹਾ ਜਾਂਦਾ। ਤੇ ਆਮ ਤੌਰ ਤੇ ਤੁਸੀਂ ਪੁਰਾਣੀ ਇਤਿਹਾਸ ਦੀਆਂ ਕਿਤਾਬਾਂ ਪੜ੍ਹੋ, ਪੰਜਾਬ ਦੇ ਵਿੱਚ ਪਲਾਸ਼ ਦੇ ਜੰਗਲ ਹੁੰਦੇ ਸੀ ਤੇ ਹੁਣ ਇਹ ਬੂਟਾ ਕਿਉਂਕਿ ਬਹੁਤ ਸਲੋ ਗਰੋਇੰਗ ਹੈ, ਬਹੁਤ ਸਲੋ, ਤੇ ਆਮ ਲੋਕ ਇਹਨੂੰ ਲਾਉਂਦੇ ਹੀ ਨਹੀਂ, ਰੀਜ਼ਨ ਬੀਇੰਗ ਕਿ ਇੰਨਾ ਸਲੋ ਚੱਲਦਾ ਜੀ। ਹੁਣ ਆਪਣੀ ਸਾਈਕੋਲੋਜੀ ਜਿਹੜੀ ਲੋਕਾਂ ਦੀ ਵੀ ਸਲੋ ਚੀਜ਼ ਨੂੰ ਨਹੀਂ ਵਰਤਣਾ, ਵਾਏ, ਜਿਸ ਚੀਜ਼ ਦਾ ਮੁੱਲ ਨਹੀਂ, ਕਮਰਸ਼ੀਅਲ ਵੈਲਿਊ ਨਹੀਂ, ਉਹਨੂੰ ਨਹੀਂ ਵਰਤਣਾ, ਵਾਏ। ਮਤਲਬ ਰੱਬ ਨੇ ਐਵੇਂ ਹੀ ਮਤਲਬ ਫਜ਼ੂਲ ਹੀ ਉਹ ਪੈਦਾ ਕੀਤੀਆਂ, ਜਿਹਦਾ ਤੁਹਾਨੂੰ ਮੁੱਲ ਨਹੀਂ ਪਤਾ, ਇਹਦਾ ਮਤਲਬ ਇਹ ਨਹੀਂ ਕਿ ਉਹਦਾ ਮੁੱਲ ਨਹੀਂ ਹੈ। ਰੱਬ ਨੇ ਕੋਈ ਸੋਚ ਕੇ ਕਈ ਪੰਛੀਆਂ ਜਾਂ ਕਹਿ ਲਈਏ ਕਈ ਜਿਹੜੀਆਂ ਪ੍ਰਜਾਤੀਆਂ ਹੋਣਗੀਆਂ ਪੰਛੀਆਂ ਦੀਆਂ ਤੇ ਹੋਰ ਬੂਟਿਆਂ ਦੇ ਵੀ ਇਹਦੇ ਤੇ ਡਿਪੈਂਡੈਂਟ ਹੋਣਗੀਆਂ ਇਸ ਬੂਟੇ ਤੇ। ਸੋ ਵੀ ਨੀਡ ਟੂ ਬ੍ਰੋਡਨ ਆਵਰ ਅੰਡਰਸਟੈਂਡਿੰਗ। ਸਾਡੀ ਖੋਜ ਥੋੜੀ ਆ, ਰੱਬ ਨਹੀਂ ਛੋਟਾ ਹੋ ਗਿਆ ਜਾਂ ਤੁਸੀਂ ਵੱਡੇ ਨਹੀਂ ਬਣ ਗਏ ਵੀ ਸਲੋ ਗਰੋਇੰਗ ਹੈ ਜਾਂ ਕਮਰਸ਼ੀਅਲ ਵੈਲਿਊ ਨਹੀਂ ਤੇ ਉਹਨੂੰ ਤਿਆਗ ਦਿਓ। ਸੋ ਵੀ ਨੀਡ ਟੂ ਪ੍ਰੋਟੈਕਟ। ਮੈਂ ਉਹ ਕੁਝ ਚੀਜ਼ਾਂ ਇਹ ਜਿਹੜੀਆਂ ਆਮ ਜਾਮਣ ਉਹ ਨਹੀਂ ਦਿਖਾ ਰਿਹਾ, ਆਮ ਪ੍ਰਚਲਿਤ ਨੇ, ਤੇ ਮੈਂ ਚਾਹੁੰਦਾ ਮੈਨੂੰ ਵਿੱਚ ਦਿਖਣ ਕੁਝ ਇਸ ਤਰ੍ਹਾਂ ਦਾ। ਕੀ ਦੇ ਜਿਹੜੀ ਆ ਪਰਾਲੀ ਲਗਾਈ ਗਈ ਹੈ ਤੁਹਾਡੇ ਕੋਲ, ਇਹਦੀ ਕੀ ਖਾਸੀਅਤ ਹੈ? ਬੂਟਿਆਂ ਦੇ ਉੱਪਰ ਕਿਉਂ ਲਗਾਈ ਜਾ ਰਹੀ ਹੈ ਇਸ ਹਾਂਜੀ, ਟਾਈਮ? ਇਹ ਬਹੁਤ ਵਧੀਆ ਤੇ ਅਹਿਮ ਸਵਾਲ ਕੀਤਾ। ਦੇਖੋ ਹੁਣ ਸਰਦੀਆਂ ਦੇ ਦਿਨ ਨੇ, ਹੈ ਨਾ, ਆਪਣੇ ਕੋਲ ਇਸ ਟਾਈਮ ਮੇਰੇ ਖਿਆਲ 10 ਡਿਗਰੀ ਟੈਂਪਰੇਚਰ ਹੋਊਗਾ, ਧੁੰਦ ਵੀ ਬਹੁਤ ਪੈ ਰਹੀ ਹੈ ਤੇ ਆਮ ਤੌਰ ਤੇ ਲੋਕ ਕਹਿੰਦੇ ਵੀ ਅਸੀਂ ਰੁੱਖ ਨਹੀਂ ਲਾਉਣੇ ਸਰਦੀਆਂ ਦੇ ਵਿੱਚ, ਬਟ ਜਿਹੜੀ ਇਹ ਪਰਾਲੀ ਇਹ ਕੰਬਲ ਦਾ ਕੰਮ ਕਰਦੀ, ਇਹਨੂੰ ਮਲਚ ਕਹਿੰਦੇ ਹਾਂ ਅਸੀਂ। ਤੇ ਜਦੋਂ ਇੱਥੇ ਠੰਡ ਪੈਂਦੀ ਹੈ ਤੇ ਇਹ ਚੀਜ਼ ਪਰਾਲੀ ਇੱਕ ਕੰਬਲ ਦਾ ਕੰਮ ਕਰੂਗੀ ਤੇ ਥੱਲੇ ਠੰਡ ਨਹੀਂ ਪਹੁੰਚਣ ਦੇਣੀ ਉਹਨੇ। ਸੋ ਜੜ੍ਹਾਂ ਨੂੰ ਠੰਡ ਨਾ ਪਹੁੰਚਣ ਦੇਣ ਦਾ ਅਰਥ ਇਹ ਹੋਊਗਾ ਕਿ ਰੂਟ ਜ਼ੋਨ ਫਰੀਜ਼ ਨਹੀਂ ਹੁੰਦੀ। ਸੈਕਿੰਡ, ਜਿਹੜੀ ਮਾਈਕਰੋਬੀਅਲ ਐਕਟੀਵਿਟੀ ਹੈ, ਜਿਹੜੇ ਜੀਵਾਣੂ ਹੁੰਦੇ ਆ, ਉਹ ਉਹਨਾਂ ਨੂੰ ਸਹੀ ਟੈਂਪਰੇਚਰ ਮਿਲਦਾ ਥੱਲੇ ਜਿਉਂਦੇ ਰਹਿਣ ਬਾਰੇ। ਤੀਜੀ ਚੀਜ਼, ਜਿਹੜੇ ਧਰਤੀ ਦੇ ਹੇਠ ਤੇ ਉੱਪਰ ਰਹਿਣ ਵਾਲੇ ਜੀਵ ਜੰਤੂ ਜਿਵੇਂ ਸੈਂਟੀਪੀਡ ਨੇ, ਮਿਲੀਪੀਡਸ ਨੇ ਤੇ ਗੰਡੋਏ ਜਿਨ੍ਹਾਂ ਨੂੰ ਆਪਾਂ ਕਹਿੰਦੇ ਅਰਥਵਰਮਸ ਤੇ ਹੋਰ ਵਰਮਸ ਨੇ, ਉਹ ਵੀ ਸਰਦੀ ਨਾਲ ਮਰ ਜਾਂਦੇ ਆ। ਪਰ ਜੇ ਪਰਾਲੀ ਹੋਊਗੀ ਤਾਂ ਉਹਨਾਂ ਨੂੰ ਜੀਵਨ ਦਾ ਚਾਂਸ ਮਿਲੂਗਾ ਇੱਥੇ। ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਸਟੈਪ। ਜੇ ਸਰਦੀਆਂ ਚ ਲਾਉਣੇ ਆ ਜਾਂ ਗਰਮੀਆਂ ਚ ਲਾਉਣੇ ਆ, ਅਸੀਂ ਹਮੇਸ਼ਾ ਪਰਾਲੀ ਦੀ ਇੱਕ ਲੇਅਰ ਜਿਹੜੀ 8 ਇੰਚ ਤੁਸੀਂ ਦੇਖ ਰਹੇ ਹੋ, ਇਹ ਕਰੀਬ 8 ਇੰਚ ਦੀ ਲੇਅਰ ਅਸੀਂ ਪਰਾਲੀ ਦੀ ਵਿਛਾਈ ਹੈ। ਇਹਦੇ ਥੱਲੇ ਹਮੇਸ਼ਾ ਸਟੇਬਲਾਈਜ਼ ਟੈਂਪਰੇਚਰ ਰਹੂਗਾ, ਸਰਦੀਆਂ ਚ ਥੋੜਾ ਨਿੱਘਾ ਤੇ ਗਰਮੀਆਂ ਚ ਠੰਡਾ। ਮਤਲਬ ਬਾਹਰ 48 ਡਿਗਰੀ ਹੋਵੇ, ਤੁਹਾਨੂੰ ਥੱਲੇ ਇਹਦੇ ਚ 20 ਤੋਂ ਲੈ ਕੇ 36 ਡਿਗਰੀ ਤੱਕ ਮਿਲੂਗਾ, ਵਿਚ ਇਜ਼ ਅ ਵੈਰੀ ਸਟੇਬਲ ਟੈਂਪਰੇਚਰ ਫॉर ਮੈਨੀ ਆਰਗੈਨਿਜ਼ਮਸ ਟੂ ਲਿਵ। ਪਰ ਇਹ ਕੁਝ ਸਮੇਂ ਤੱਕ ਇਹ ਪਰਾਲੀ ਵੀ ਹੈ ਜੋ ਖਤਮ ਹੋ ਜਾਏਗੀ, ਇੱਕ ਤਰ੍ਹਾਂ ਦੀ ਖਾਦ ਬਣ ਖਾਦ ਜਾਏਗੀ, ਬਣ ਜੂਗੀ ਤੇ ਉਸ ਤੋਂ ਬਾਅਦ ਇਸ ਦਾ ਕੀ ਕੀਤਾ ਜਾਏਗਾ? ਤੇ ਇਹ ਅਜੇ ਖਾਦ ਹੀ ਰਹੇਗੀ ਬਸ? ਇਹ ਐਜ਼ ਅ ਖਾਦ ਇਹਨੂੰ ਨਿਊਟ੍ਰੀਸ਼ਨ ਦਊਗੀ ਜ਼ਮੀਨ ਨੂੰ। ਜੀ। ਜਦੋਂ ਇਹ ਹੋਊਗਾ 2 ਸਾਲ ਤੱਕ ਅਸੀਂ ਰੀਮਲਚਿੰਗ ਕਰਨੀ ਹੈ। ਮਤਲਬ ਮੰਨ ਲਓ 10 ਮਹੀਨਿਆਂ ਨੂੰ ਪਰਾਲੀ ਖਤਮ ਹੋ ਗਈ, ਅਗਲੇ ਸਤੰਬਰ ਝੋਨਾ ਵੱਢਿਆ ਜਾਣਾ, ਫਿਰ ਪਰਾਲੀ ਲਾਉਣੀ ਚਾਹੀਦੀ। ਕੋਈ ਖਾਸ ਸੁਨੇਹਾ ਜੋ ਆਪਣੇ ਇਸ ਸਮੇਂ ਦੇ ਯੂਥ ਨੂੰ ਦੇਣਾ ਚਾਹੋ? ਕਿਉਂਕਿ ਬਹੁਤ ਸਾਰੇ ਦੇਖੇ ਗਏ ਵਾਤਾਵਰਨ ਪ੍ਰੇਮੀ ਤਾਂ ਬਹੁਤ ਘੱਟ ਨੇ, ਸਿਰਫ ਇੱਕ NGO ਜਾਂ ਸੰਸਥਾ ਹੀ ਰਹਿ ਗਈਆਂ ਜੋ ਆਪਣੇ ਜਾਂ ਕਈ ਵਾਰ ਨਾਮ ਦੇ ਲਈ ਕੰਮ ਕਰ ਰਹੀਆਂ ਨੇ ਜਾਂ ਕੋਈ ਫੰਡਿੰਗ ਲਈ ਕਰ ਰਹੇ ਆ। ਤੁਸੀਂ ਉਹਨਾਂ ਨੂੰ ਕੀ ਮੈਸੇਜ ਹੈ? ਕਿਸ ਤਰ੍ਹਾਂ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਪੁਰਾਣੇ ਆਪਣੇ ਵੱਡਿਆਂ ਨੂੰ ਦੇਖੋ, ਉਹਨਾਂ ਨੇ ਜੰਗਲਾਂ ਤੋਂ ਜਾਂ ਵਾਤਾਵਰਨ ਤੋਂ ਜਾਂ ਆਪਾਂ ਕਹਿ ਲਈਏ ਨੈਚੁਰਲ ਰਿਸੋਰਸਿਸ ਤੋਂ ਸਿਰਫ ਗੇਨ ਕੀਤਾ, ਲਿਆ ਤੇ ਲੈ ਕੇ ਤੁਹਾਡੇ ਵਾਸਤੇ ਕੁਝ ਨਹੀਂ ਛੱਡਿਆ। ਹੁਣ ਸਮਾਂ ਤੁਹਾਡੇ ਲਈ ਇਹ ਹੈ ਕਿ ਪੁਰਾਣੀ ਗੱਲ ਤਾਂ ਆਪਾਂ ਭੁੱਲ ਜਾਈਏ, ਪਰ ਰੀਸਟੋਰੇਸ਼ਨ ਵਾਸਤੇ ਜਾਂ ਕਹੀਏ ਪੇ ਬੈਕ, ਜਿਵੇਂ ਸਹਿਜ ਤੇ ਨਹਿਮਤ ਨੇ ਆਪਣਾ ਮਨ ਬਣਾ ਕੇ ਦੋਵਾਂ ਪਰਿਵਾਰਾਂ ਵੱਲੋਂ ਇੱਕ ਜੰਗਲ ਲਵਾਇਆ। ਤੁਹਾਨੂੰ ਸਾਰਿਆਂ ਨੂੰ ਇੱਕ ਜੰਗਲ ਆਪਣੇ ਕਿਸੇ ਨਾ ਕਿਸੇ ਇਵੈਂਟ ਤੇ, ਚਾਹੇ ਤੁਹਾਡੇ ਘਰ ਕਿਸੇ ਦਾ ਵਿਆਹ ਹੈ ਜਾਂ ਤੁਹਾਡੇ ਘਰ ਬੱਚੇ ਦਾ ਜਨਮ ਹੋਇਆ, ਇਸ ਤਰ੍ਹਾਂ ਦਾ ਇੱਕ ਫੋਰੈਸਟ, ਗੁਰੂ ਨਾਨਕ ਸੈਕਰਡ ਫੋਰੈਸਟ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਪਲਾਂਟੇਸ਼ਨ ਐਕਟੀਵਿਟੀ 'ਚ ਆਪਣੇ ਆਪ ਨੂੰ ਸ਼ਾਮਿਲ ਕਰੋ ਤੇ ਧਰਤੀ ਨੂੰ ਮੁੜ ਸ਼ਿੰਗਾਰਨ ਦਾ, ਇਹਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਆਪਣੇ ਮੋਢਿਆਂ ਤੇ ਲਓ। ਪੁਰਾਣਿਆਂ ਦਾ ਭੁੱਲ ਜਾਓ, ਆਪਣੇ ਮੋਢਿਆਂ ਬਾਰੇ ਸੋਚੋ ਤੁਸੀਂ ਕੀ ਕਰ ਸਕਦੇ ਹੋ ਗੁਰੂ ਨਾਨਕ ਲਈ, ਉਹਦੀ ਕੁਦਰਤ ਲਈ। ਇਹ ਸਨ ਰਵਨੀਤ ਸਿੰਘ ਜੀ, ਜਿਨ੍ਹਾਂ ਦਾ ਇੱਕ ਬਹੁਤ ਹੀ ਸੋਹਣਾ ਕਦਮ ਆ ਈਕੋ ਸਿੱਖ ਦੇ ਵੱਲੋਂ ਕਿ ਇੱਥੇ ਹਰ ਤਰ੍ਹਾਂ ਦੇ ਬੂਟੇ ਲਗਾਏ ਜਾ ਰਹੇ ਨੇ ਜੋ ਬਹੁਤ ਹੀ ਸੋਹਣੇ ਤੇ ਸਾਫ਼ ਸੁਥਰੇ ਢੰਗ ਨਾਲ ਲਗਾਏ ਜਾ ਰਹੇ ਨੇ, ਜਿਨ੍ਹਾਂ ਦੀ ਡੈਂਸਿਟੀ ਸੰਘਣਤਾ ਕਹਿ ਲਈਏ ਜਾਂ ਆਪਾਂ ਕਹਿ ਲਈਏ ਉਹਨਾਂ ਦੀ ਗਰੋਥ ਆ ਉਹ ਜਿਹੜੀ ਆਮ ਨਾਲੋਂ ਬਹੁਤ ਵਧੀਆ। ਕਿਉਂਕਿ ਇਹਨਾਂ ਦੀ ਸੋਚਣੀ ਹੈ ਕਿ ਜੇਕਰ ਅਸੀਂ ਇਸ ਸਮੇਂ ਵਿੱਚ ਦਰਖਤ ਲਗਾਵਾਂਗੇ ਤਾਂ ਸਾਡਾ ਵਾਤਾਵਰਨ ਬਚਿਆ ਰਹਿ ਸਕਦਾ। ਕੈਮਰਾਮੈਨ ਅਮਨਦੀਪ ਦੇ ਨਾਲ ਆਕਾਸ਼ਦੀਪ ਸਿੰਘ, ਜ਼ਿਲ੍ਹਾ ਮੋਹਾਲੀ, TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।